So students, today we are going to begin with very important topic, generation and conduction of nerve impulse. How nerve impulse is generated and conducted. Before proceeding further, ਸਭ ਤੋਂ ਪਹਿਲਾਂ ਅਸੀਂ ਜਨਰੇਸ਼ਨ ਐਂਡ ਕੰਡਕਸ਼ਨ ਆਫ ਨਰਵ ਇੰਪਲਸ ਨੂੰ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਆਪਣੀ ਲਾਸਟ ਵੀਡੀਓ 'ਚ ਐਕਚੁਅਲੀ ਨਿਊਰੋਨ ਦਾ ਸਟਰਕਚਰ ਪੜ੍ਹ ਚੁੱਕੇ ਹਾਂ, ਬਟ ਬੇਸਿਕਲੀ ਅਸੀਂ ਫਿਰ ਵੀ ਦੇਖ ਲੈਂਦੇ ਨਿਊਰੋਨ 'ਚ ਮੋਟਾ ਜਿਹੜੇ ਪਾਰਟਸ ਨੇ ਇੰਪੋਰਟੈਂਟ ਉਹ ਕੀ ਨੇ। ਸੈੱਲ ਬੋਡੀ ਹੈ, ਇੱਕ ਲੰਬੀ ਵਾਲੀ ਪ੍ਰੋਜੈਕਸ਼ਨ ਹੈ ਐਗਜ਼ੋਨ, ਛੋਟੀਆਂ ਵਾਲੀਆਂ ਡੈਂਡਰਾਈਟਸ, ਐਗਜ਼ੋਨ ਜਿੱਥੇ ਖਤਮ ਹੁੰਦਾ ਹੈ, ਬ੍ਰਾਂਚਿਸ ਐਂਡ ਦੈਨ ਸਾਈਨੈਪਟਿਕ ਨੋਬ, ਇਹਨੂੰ ਐਗਜ਼ੋਨ ਦਾ ਟਰਮੀਨਲ ਪੋਜੀਸ਼ਨ ਕਹਿੰਦੇ ਆ। ਐਗਜ਼ੋਨ ਦੇ ਬਾਹਰ ਮਾਈਲਿਨ ਸ਼ੀਥ ਪੜ੍ਹ ਚੁੱਕੇ ਹਾਂ, ਸਕੁਐਨ ਸੈਲਸ, ਜਿਹੜੀ ਸੈੱਲ ਬੋਡੀ ਉਹ 'ਚ ਨਿਊਕਲੀਅਸ, ਕੁਛ ਗ੍ਰੈਨੂਲਸ ਵਿਚ ਆਰ ਕਾਲਡ ਐਜ਼ ਨਿਸੈਲ ਗ੍ਰੈਨੂਲ। ਅਸੀਂ ਆਪਣੀ ਲਾਸਟ ਵੀਡੀਓ 'ਚ ਕੰਪਲੀਟ ਸਟਰਕਚਰ ਆਫ ਨਿਊਰੋਨ ਡਿਸਕਸ ਕਰ ਚੁੱਕੇ ਹਾਂ। ਹੁਣ ਐਵੇਂ ਦੇ ਕਿੰਨੇ ਸਾਰੇ ਨਿਊਰੋਨ ਮਿਲ ਕੇ ਤੁਹਾਡੀਆਂ ਨਰਵਸ ਬਣਾਉਂਦੇ ਆ। ਉਹ ਨਰਵ ਦੇ ਵਿੱਚੋਂ ਸਿਗਨਲ ਜਾਂਦਾ ਹੈ, ਲਾਈਕ ਫਰੋਮ ਔਰਗਨ ਟੂ ਬ੍ਰੇਨ ਐਂਡ ਔਰਗਨ ਟੂ ਬ੍ਰੇਨ ਔਰ ਸਪਾਈਨਲ ਕਾਰਡ ਐਂਡ ਸਪਾਈਨਲ ਕਾਰਡ ਔਰ ਬ੍ਰੇਨ ਟੂ ਔਰਗਨ ਬੈਕ। ਸੋ ਉਹ ਜਿਹੜੀਆਂ ਨਰਵਸ ਨੇ ਜਿਹੜੀਆਂ ਸਿਗਨਲ ਲੈ ਕੇ ਜਾਂਦੀਆਂ ਲੈ ਕੇ ਆਉਂਦੀਆਂ, ਆਪਾਂ ਪੜ੍ਹ ਚੁੱਕੇ ਹਾਂ ਸੈਂਸਰੀ, ਮੋਟਰ, ਹੈ ਨਾ, ਇਫਰੈਂਟ। ਸੋ ਉਹ ਇਹਨਾਂ ਨਿਊਰੋਨਸ ਦੀ ਬਣੀ ਹੁੰਦੀ ਹੈ। ਉਹਨਾਂ ਵਿੱਚੋਂ ਜਿਹੜੀ ਇੱਕ ਇੰਪਲਸ, ਜਿਹੜਾ ਤੁਸੀਂ ਵੀ ਇਵੇਂ ਅਸੀਂ ਇੱਦਾਂ ਵੀ ਕਹਿ ਸਕਦੇ ਜਿਵੇਂ ਇੱਕ ਇਲੈਕਟ੍ਰੀਸਿਟੀ ਦੀ ਵਾਇਰ ਜਿਹੜੀ ਹੈ ਉਹ ਇਲੈਕਟ੍ਰਿਕ ਕਰੰਟ ਲੈ ਕੇ ਜਾਂਦੀ ਹੈ ਨਾ, ਸਿਮਿਲਰਲੀ ਦੀਜ਼ ਨਰਵਸ ਔਰ ਨਿਊਰੋਨਸ ਦੇ ਕੈਰੀ ਨਰਵ ਇੰਪਲਸ। ਸੋ ਨਰਵ ਇੰਪਲਸ ਕਿਵੇਂ ਜਨਰੇਟ ਹੁੰਦੀ ਹੈ, ਉਹ ਕਿਵੇਂ ਟਰਾਂਸਫਰ ਹੁੰਦੀ ਹੈ ਫਰੋਮ ਵਨ ਪੋਜੀਸ਼ਨ ਟੂ ਅਨਦਰ, ਕੰਡਕਸ਼ਨ ਅਸੀਂ ਵਰਡ ਯੂਜ਼ ਕਰਦੇ ਹਾਂ, ਉਹ ਅਸੀਂ ਟੋਪਿਕ ਅੱਜ ਡਿਟੇਲ 'ਚ ਡਿਸਕਸ ਕਰਨਾ ਹੈ, ਰਾਈਟ। ਸੋ ਨੈਕਸਟ ਟੋਪਿਕ ਵਿਚ ਵੀ ਆਰ ਗੋਇੰਗ ਟੂ ਡਿਸਕਸ ਨਾਓ ਇਜ਼ ਜਨਰੇਸ਼ਨ ਐਂਡ कंडक्शन ऑफ नर्व इम्पल्स। बहुत समझने वाला टॉपिक है, बट इट इज़ क्वाइट ईजी, इट्स नॉट दैट डिफिकल्ट, लेकिन ईजी टॉपिक है। एक अंडरस्टैंडिंग हो जाएगी तो टॉपिक क्लीयर हो जाता है। सो साडा जो टॉपिक हो जनरेशन एंड कंडक्शन ऑफ नर्व इंपल्स है। नर्व इंपल्स किवें जनरेट होंदी है, जिवें असीं कहने आ एक तार दे विच इलैक्ट्रिसिटी जा रही, इलैक्ट्रिक करंट जा रहा, ਉਹਦੇ ਲਈ ਵੀ ਤਾਂ ਸਾਨੂੰ ਦੋ ਟਰਮੀਨਲ ਚਾਹੀਦੇ ਹੁੰਦੇ ਨਾ, ਪੋਜ਼ੀਟਿਵ ਨੈਗੇਟਿਵ, ਜਿਵੇਂ ਅਸੀਂ ਬੈਟਰੀ ਨਾਲ ਦਿੰਦੇ ਹਾਂ, ਰਾਈਟ, ਪੋਜ਼ੀਟਿਵ ਟਰਮੀਨਲ। ਸੋ ਸਿਮਿਲਰਲੀ ਇੱਥੇ ਨਰਵ ਇੰਪਲਸ ਕਿਵੇਂ ਜਨਰੇਟ ਹੁੰਦੀ ਹੈ, ਫਿਰ ਅੱਗੇ ਉਹ ਕਿਵੇਂ ਕੰਡਕਟ ਹੁੰਦੀ ਹੈ, ਅਸੀਂ ਅੱਜ ਪੜ੍ਹਨਾ। ਸਭ ਤੋਂ ਪਹਿਲਾਂ ਅਸੀਂ ਸਟੈਪ ਪੜ੍ਹਾਂਗੇ ਜਨਰੇਸ਼ਨ ਆਫ ਇੰਪਲਸ। ਇੰਪਲਸ ਕਿਵੇਂ ਜਨਰੇਟ ਹੁੰਦੀ ਹੈ ਉਹਨੂੰ ਡਿਸਕਸ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਹੈ ਕਿ ਸਾਡਾ ਜਿਹੜਾ ਨਰਵ ਫਾਈਬਰ ਹੈ ਉਹਦੀ ਪੋਲੈਰਿਟੀ ਕੀ ਹੈ, ਚਾਰਜ ਕੀ ਹੈ, ਪੋਜ਼ੀਟਿਵ ਨੈਗੇਟਿਵ ਚਾਰਜ ਕਿੱਥੇ ਨੇ। ਲੈਟਸ ਸੀ, ਸਪੋਜ਼ ਹੈ ਜਿਹੜਾ ਤੁਹਾਡਾ ਨਰਵ ਫਾਈਬਰ ਹੈ ਇਹ ਜਾਂ ਨਿਊਰੋਨ ਹੈ ਤੁਸੀਂ ਕਹਿ ਸਕਦੇ ਹੋ, ਜਾਂ ਨਰਵ ਫਾਈਬਰ ਹੈ, ਉਹ ਰੈਸਟਿੰਗ ਪੋਜੀਸ਼ਨ 'ਤੇ ਪਿਆ, ਮਤਲਬ ਅਜੇ ਕੋਈ ਇਲੈਕਟ੍ਰਿਕ ਕਹਿਣ ਲੱਗੀ ਸੀ, ਸੌਰੀ, ਨਰਵ ਇੰਪਲਸ, ਉਹ ਕੋਈ ਵੀ ਨਰਵ ਇੰਪਲਸ ਨੂੰ ਹਜੇ ਕੈਰੀ ਨਹੀਂ ਕਰ ਰਿਹਾ, ਠੀਕ ਹੈ। ਚਲੋ, ਇਹਨੇ ਨਰਵ ਇੰਪਲਸ ਨੂੰ ਕੈਰੀ ਨਹੀਂ ਕੀਤਾ, ਉਸ ਸਮੇਂ 'ਤੇ ਜਿਹੜੀ ਹੈ ਸਾਡੀ ਨਰਵ ਫਾਈਬਰ ਹੈ ਉਹਦੇ ਬਾਹਰ ਪੋਜ਼ੀਟਿਵ ਪੋਟੈਂਸ਼ੀਅਲ ਹੁੰਦਾ ਹੈ, ਪੋਜ਼ੀਟਿਵ ਚਾਰਜ ਹੁੰਦਾ ਹੈ, ਐਂਡ ਅੰਦਰ ਕੀ ਹੁੰਦਾ ਹੈ, ਦੇयर ਇਜ਼ ਅ ਨੈਗੇਟਿਵ ਪੋਟੈਂਸ਼ੀਅਲ ਔਰ ਨੈਗੇਟਿਵ ਚਾਰਜ, ਰਾਈਟ। ਹੁਣ ਵਾਈ ਜਿਹੜਾ ਤੁਹਾਡਾ ਨਰਵ ਫਾਈਬਰ ਹੁੰਦਾ ਸਟੂਡੈਂਟਸ, ਜਿਹੜਾ ਮੈਂ ਰੈਸਟਿੰਗ ਨਰਵ ਫਾਈਬਰ ਦੀ ਗੱਲ ਕਰ ਰਹੀ ਹਾਂ, ਉਹਦਾ ਜਿਹੜਾ ਐਗਜ਼ੋਨ ਪਾਰਟ ਹੈ, ਅਸੀਂ ਬੇਸਿਕਲੀ ਤਾਂ ਐਗਜ਼ੋਨ ਪਾਰਟ ਹੀ ਡਿਸਕਸ ਕਰਨਾ। ਜਿਹੜਾ ਉਹਦਾ ਐਗਜ਼ੋਨ ਪਾਰਟ ਹੈ, ਐਗਜ਼ੋਨ ਪਾਰਟ ਦੇ ਬਾਹਰਲੇ ਸਰਫੇਸ 'ਤੇ ਸੋਡੀਅਮ ਆਇਨਸ ਜ਼ਿਆਦਾ ਹੁੰਦੇ ਨੇ। ਜੇ ਅਸੀਂ ਅੰਦਰ ਦੀ ਗੱਲ ਕਰੀਏ, ਅੰਦਰ ਪੋਟੇਸ਼ੀਅਮ ਆਇਨ ਪਲੱਸ ਨੈਗੇਟਿਵਲੀ ਚਾਰਜ ਪ੍ਰੋਟੀਨਸ ਵੱਧ ਹੁੰਦੇ ਨੇ। ਬਿਕੋਜ਼ ਆਫ ਦ ਪ੍ਰੈਜ਼ੈਂਸ ਆਫ ਮੋਰ ਸੋਡੀਅਮ ਆਇਨ ਔਨ ਦ ਆਊਟਰ ਸਰਫੇਸ ਆਫ ਦਿਸ ਐਗਜ਼ੋਨ, ਕਿਉਂਕਿ ਅਸੀਂ ਨਿਊਰੋਨ ਦੀ ਗੱਲ ਕਰ ਰਹੇ ਨਾ, ਨਰਵ ਫਾਈਬਰ ਦੀ, ਸੋ ਐਗਜ਼ੋਨਲ ਪਾਰਟ ਹੈ, ਇਹਦੇ ਬਾਹਰ ਸੋਡੀਅਮ ਵੱਧ ਨੇ ਤਾਂ ਪੋਜ਼ੀਟਿਵ ਚਾਰਜ, ਅੰਦਰ ਪੋਟੇਸ਼ੀਅਮ ਵੀ ਪ੍ਰੈਜ਼ੈਂਟ ਨੇ ਬਟ ਨੈਗੇਟਿਵਲੀ ਚਾਰਜ ਪ੍ਰੋਟੀਨਸ ਵੱਧ ਪ੍ਰੈਜ਼ੈਂਟ ਨੇ, ਦੈਟ ਇਜ਼ ਵਾਈ ਅੰਦਰ ਕਿਹੜਾ ਚਾਰਜ ਹੈ, ਨੈਗੇਟਿਵ। ਇਸ ਸਮੇਂ 'ਤੇ ਤੁਹਾਡਾ ਨਰਵ ਫਾਈਬਰ ਰੈਸਟਿੰਗ ਪੋਜੀਸ਼ਨ 'ਤੇ ਪਿਆ, ਐਂਡ ਇੰਪੋਰਟੈਂਟ ਗੱਲ ਹੈ, ਅਸੀਂ ਇਸ ਸਮੇਂ 'ਤੇ ਇਹਨੂੰ ਕਹਿੰਦੇ ਹਾਂ ਪੋਲਰਾਈਜ਼ਡ ਮੈਂਬਰੇਨ ਹੈ, ਜਾਂ ਪੋਲਰਾਈਜ਼ਡ ਨਰਵ ਫਾਈਬਰ ਹੈ। ਪੋਲਰਾਈਜ਼ਡ ਕਿਉਂ? ਬਿਕੋਜ਼ ਦੇयर ਆਰ ਟੂ ਪੋਲਸ, ਪੋਜ਼ੀਟਿਵ ਪੋਲ, ਨੈਗੇਟਿਵ ਪੋਲ, ਤਾਂ ਹੀ ਅਸੀਂ ਵਰਡ ਪੋਲਰਾਈਜ਼ਡ ਯੂਜ਼ ਕਰਦੇ ਹਾਂ ਨਾ, ਠੀਕ ਹੈ ਜੀ। ਸੋ ਰੈਸਟਿੰਗ ਪੋਜੀਸ਼ਨ 'ਤੇ ਬਾਹਰ ਸੋਡੀਅਮ ਜ਼ਿਆਦਾ ਨੇ, ਅੰਦਰ ਪੋਟੇਸ਼ੀਅਮ ਅਤੇ ਨੈਗੇਟਿਵਲੀ ਚਾਰਜ ਪ੍ਰੋਟੀਨਸ ਵੱਧ ਨੇ, ਦੈਟ ਇਜ਼ ਵਾਈ ਜਿਹੜਾ ਤੁਹਾਡਾ ਨਿਊਰੋਨ ਹੈ ਜਾਂ ਨਰਵ ਫਾਈਬਰ ਹੈ ਉਹਦਾ ਜਿਹੜਾ ਐਗਜ਼ੋਨਲ ਪਾਰਟ ਹੈ ਅਸੀਂ ਉਹਦਾ ਹੀ ਜ਼ਿਕਰ ਕਰ ਰਹੇ ਹਾਂ, ਤਾਂ ਉਹਦੇ ਬਾਹਰ ਪੋਜ਼ੀਟਿਵ ਅਤੇ ਅੰਦਰ ਨੈਗੇਟਿਵ ਚਾਰਜ ਹੈ, ਰਾਈਟ। ਇੱਕ ਗੱਲ ਹੋਰ, ਜਦੋਂ ਤੁਹਾਡਾ ਨਰਵ ਫਾਈਬਰ ਰੈਸਟਿੰਗ ਪੋਜੀਸ਼ਨ 'ਤੇ ਪਿਆ, ਹਜੇ ਉਹ ਨਰਵ ਇੰਪਲਸ ਨੂੰ ਕੰਡਕਟ ਨਹੀਂ ਕਰ ਰਿਹਾ, ਇਸ ਪਰਟੀਕੂਲਰ
पॉइंट ते रेस्टिंग पोटेंशियल की वैल्यू होंगी है -70 मिली वोल्ट, राइट। रेस्टिंग पोटेंशियल की वैल्यू की होंगी -70, माइनस के वैल्यू है, दैट मीनस तुहाडा जिहड़ा नर्व फाइबर है या न्यूरोन है इट इज़ इन रेस्टिंग पोजीशन, ठीक है। एंड इस पॉइंट ते रेस्टिंग पोजीशन ते इत्थे ना बेटा मैंबरेन दे विच कुछ चैनल्स होंदे ने, जिमें सोडियम चैनल, पोटेशियम चैनल। चैनल का मतलब है दीज आर द प्रोटीन्स विच हैल्प टू ट्रांसपोर्ट दीज आयन्स इनसाइड और आउटसाइड। जिमें सोडियम ने अंदर आना है तो जोड़े चैनल्स ने रस्ते है समझ लो मेडअप ऑफ प्रोटीन्स, वो रस्ते ने खुलना है तो सोडियम अंदर आएगा, जो रस्ते बंद है सोडियम अंदर नहीं आएगा। सो हेयर वैन योर नर्व फाइबर इज इन रेस्टिंग पोजीशन, इस पोजीशन ते सोडियम चैनल्स क्लोज पे ने, ठीक है जी। जिमें कि सानू पता सोडियम चैनल्स क्लोज ने तो सोडियम आयन्स अंदर एंटर नहीं कर पाएंगे। जिहड़ी तुहाडी एक्सोनल मैंबरेन है वही गल फिर इट इज़ कंपैरेटिवली मोर परमीएबल टू पोटैशियम। पोटैशियम बाहर जा सकते पर सोडियम अंदर अजे नहीं आ सकते, ठीक है। और मैंबरेन जिहड़ी है नैगेटिवली चार्ज प्रोटीन्स लई भी इमपरमीएबल है। इमपरमीएबल का मतलब वो नैगेटिवली चार्ज प्रोटीन्स नूं अंदर बाहर आण जाण नहीं देगी। सो ये जिहड़े बाहर वध सोडियम ने ते अंदर वध नैगेटिवली चार्ज प्रोटीन ने, इहदे करके मैंबरेन दे दोनों तरफ एक पोटैंशियल द डिफरेंस क्रिएट हो गया है, या यू कैन से एक दो पोल्स डेवलप हो गए ने, पॉजिटिव पोल नैगेटिव पोल, जिदे करके ये मैंबरेन तुहाडी अजे रेस्टिंग पोजीशन ते पई एंड वी कॉल इट एज पोलराइज्ड मैंबरेन बिकॉज ऑफ दीज टू पोल्स। और आ जड़ा आयन्स का डिफरेंस है, ग्रेडियंट होंगे डिफरेंस, एक जगह ते वध आयन्स होंगे एक जगह ते घट आयन्स होंगे, डिफरेंस। सो जो आयनिक ग्रेडियंट का जोड़ा है डिफरेंस ऑफ आयन्स है रेस्टिंग मैंबरेन के क्रॉस, वो एक्टिव ट्रांसपोर्ट ऑफ आयन्स के नाल मेनटेन होंगे। एक्टिव ट्रांसपोर्ट की होंगी है विद द हैल्प ऑफ या बाय अप्लाइंग एनर्जी। जो कोई भी मूवमेंट जी है फ्रॉम जिधरों भी जिधर होनी है, वैसे तो बेसिकली जो अपने आप मूवमेंट्स होंदियां ने विदाउट एक्सपेंडिचर ऑफ एनर्जी, तो असं डिफ्यूजन च पढ़ते हैं फ्रॉम हायर कंसनट्रेशन टू लोअर कंसनट्रेशन। तो सिमिलरली जो सानू एनर्जी लाने की लौड़ है, यदा मतलब असी अगेंस्ट कंसनट्रेशन ग्रेडियंट काम कर रहे हैं, ठीक है जी। एक्टिव ट्रांसपोर्ट ऑफ आयन्स होंगी है, एनर्जी चाहिए है बाय सोडियम पोटैशियम पंप, जिदे करके 3 सोडियम बाहर वाल नूं ते 2 पोटैशियम अंदर वाल नूं आंदे, जिदे नाल सोडियम बाहर वध रहिंदे है। स्टिल तुहाडी जिहड़ी मैंबरेन है इट इज़ इन रेस्टिंग पोजीशन, ठीक है जी। हुण असीं अगे देखते हैं, जदों तुहाडी इस रेस्टिंग न्यू नर्व फाइबर नूं स्टिमुलस मिलिया, एक स्टिमुलस मिलिया, हुण असीं उहनूं थोड़ा जिहा तुसीं ऐं कह सकदे हो जिवें सपोज असीं गर्म चीज़ नूं हत्थ लाने आ तो जिहड़ी वो गर्म चीज़ है ना वो मेरे लिए स्टिमुलस है, तो जदों सानूं कदी भी स्टिमुलस मिलता है ना साडी बॉडी उहदे अगेंस्ट रिस्पोंस दिंदी है। जदों स्टिमुलस मिलिया, ध्यान नाल सुनना, जिहड़ा पोटैंशियल रेस्टिंग पोटैंशियल की पहला वैल्यू कितनी सी असीं ऑलरेडी डिस्कस कर चुके -70 मिली वोल्ट, हुण -70 तो -55 हो गई है। जिहड़ा पोटैंशियल है वो चेंज हो गया फ्रॉम -70 टू -55। इस चेंज ऑफ पोटैंशियल दे करके हुंदा की, ध्यान नाल सुनो, सोडियम चैनल्स जिहड़ा सोडियम के चैनल्स खुल जाते हैं। जे सोडियम के चैनल्स खुल जाते दैट मीनस सोडियम स्टार्ट्स एंटरिंग इनसाइड, सोडियम बाहरों अंदर वाल नूं आण लग जाता है। हुण उहदे करके की है, जो सोडियम आण लग गया अंदर, उहदी कंसनट्रेशन अंदर वध गई, इहदा मतलब हुण अंदर कंपैरेटिवली मोर इलैक्ट्रो पॉजिटिव हो गया तो बाहर कंपैरेटिवली मोर इलैक्ट्रो नैगेटिव, मीनस पोलैरिटी रिवर्स कर रही है। ध्यान नाल देखो, ठीक है, पहला अंदर नैगेटिव सी बाहर पॉजिटिव सी, हुण की होया सोडियम अंदर आण करके अंदर पॉजिटिव हो गया तो बाहर की होने लग गया नैगेटिव। दिस टाइप ऑफ या जिहड़ी है स्टेज है जो पोलैरिटी रिवर्स कर गई है, इस स्टेज नूं असीं कहने कि साडा जिहड़ा नर्व फाइबर है वो डीपोलराइज्ड हो गया। पहला पोलराइज्ड सीगा ना, हुण की हो गया डीपोलराइज्ड। और एक इंपल्स जनरेट हुंदी है तां ही जिहड़ी मैंबरेन है वो की कर जाती है डीपोलराइज्ड। इंपल्स यू अंडरस्टैंड ना, जिवें असीं कहने एक तार करंट लैके जाती इलैक्ट्रिक, इवें नर्वस की लैके जाती है नर्व इंपल्स। सो जदों -55 पोटैंशियल होया, सोडियम चैनल्स ओपन हो गए, सोडियम बाहरों अंदर वाल नूं आण लग गया, सोडियम के अंदर आण करके पोलैरिटी रिवर्स हो गई, मीनस अंदर पॉजिटिव तो बाहर की हो गया नैगेटिव, ठीक है। सो इस स्टेज नूं असीं कहने आ पोलराइज्ड। साडा जिहड़ा नर्व फाइबर है पोलराइज्ड कर चुका है और एक इंपल्स
पैदा हो चुकी, जनरेट हो चुकी है, क्योंकि एक इलैक्ट्रिकल पोटैंशियल डिफरेंस क्रिएट हो गया। पोटैंशियल डिफरेंस की होंदा है, एक जगह वध पोटैंशियल तो एक जगह घट पोटैंशियल, जिवें एक जगह वध पॉजिटिव चार्ज है, एक जगह नैगेटिव, और यह जिहड़ा पोटैंशियल का डिफरेंस जनरेट होया अंदर ते बाहर, उन्होंने असीं एक्शन पोटैंशियल कहने आ, और यही नर्व इंपल्स है। इत्थों तक आ जाता साडी डीपोलराइजेशन, मीनस किवें साडी जिहड़ी नर्व ਜਿਹੜੇ ਸਾਡੀ ਨਰਵ ਫਾਈਬਰ ਨੇ ਉਹਨਾਂ 'ਚ ਨਰਵ ਇੰਪਲਸ ਜਨਰੇਟ ਹੁੰਦੀ ਹੈ। ਫਰਦਰ ਅਸੀਂ ਕੰਡਕਸ਼ਨ ਪੜ੍ਹਾਂਗੇ, ਪਰ ਹੌਲੀ ਹੌਲੀ ਅਸੀਂ ਕੀ ਦੇਖਦੇ ਪਏ ਹਾਂ, ਜਿਹੜਾ ਪੋਟੈਂਸ਼ੀਅਲ ਹੈ ਉਹ ਪਹਿਲਾਂ -70 ਸੀਗਾ ਮਿਲੀ ਵੋਲਟ, ਫਿਰ -55 ਹੋ ਗਿਆ, ਹੋਰ ਜਾਂਦੇ ਜਾਂਦੇ ਗ੍ਰੈਜੂਅਲੀ ਹੌਲੀ ਹੌਲੀ -35 ਹੋ ਗਿਆ, -20 ਹੋ ਗਿਆ, ਹੌਲੀ ਹੌਲੀ 0 ਹੋ ਗਿਆ, 0 ਤੋਂ ਬਾਅਦ ਪੋਜ਼ੀਟਿਵ ਵੱਲ ਨੂੰ ਜਾਏਗਾ, ਹੌਲੀ ਹੌਲੀ ਵਧੇਗਾ, ਸਡਨਲੀ ਨਹੀਂ ਜਾਏਗਾ। ਸੋ ਜਦੋਂ ਇਹ ਪੋਟੈਂਸ਼ੀਅਲ ਮਾਈਨਸ ਤੋਂ ਜਾਂਦਾ ਜਾਂਦਾ ਪਲੱਸ ਵੱਲ ਚਲ ਜਾਂਦਾ, ਔਰ ਮੈਕਸੀਮਮ ਵੈਲਿਊ +45 ਮਿਲੀ ਵੋਲਟ ਹੋ ਜਾਂਦੀ ਹੈ। ਹੁਣ ਕਿਉਂਕਿ ਪਹਿਲਾਂ ਤੁਸੀਂ ਕੀ ਦੇਖਿਆ ਸੀ, ਜਦੋਂ ਡੀਪੋਲਰਾਈਜੇਸ਼ਨ ਹੋਣੀ ਹੈ ਉਸ ਤੋਂ ਬਾਅਦ ਅਸੀਂ ਡੀਪੋਲਰਾਈਜੇਸ਼ਨ ਦੇ ਡਿਊਰਿੰਗ ਇਹ ਪੜ੍ਹਿਆ ਸੀ, ਸੋਡੀਅਮ ਅੰਦਰ ਨੂੰ ਆ ਰਿਹਾ, ਸੋਡੀਅਮ ਚੈਨਲ ਖੁੱਲ੍ਹ ਗਿਆ, ਪਰ ਹੌਲੀ ਹੌਲੀ ਜਦੋਂ ਪੋਟੈਂਸ਼ੀਅਲ ਪਲੱਸ ਵਿੱਚ ਜਾਣ ਲੱਗ ਜਾਂਦਾ ਹੈ, ਹੁਣ ਸੋਡੀਅਮ ਚੈਨਲਸ ਬੰਦ ਹੋ ਰਹੇ ਆ ਹੌਲੀ ਹੌਲੀ, ਅਤੇ +45 'ਤੇ ਆ ਕੇ ਸੋਡੀਅਮ ਚੈਨਲ ਪੂਰੇ ਬੰਦ ਹੋ ਗਏ ਅਤੇ ਪੋਟੈਸ਼ੀਅਮ ਚੈਨਲਸ ਪੂਰੇ ਖੁੱਲ੍ਹ ਗਏ। ਇਹ ਹੌਲੀ ਹੌਲੀ ਹੋਇਆ ਜਦੋਂ ਪੋਟੈਂਸ਼ੀਅਲ ਨੈਗੇਟਿਵ ਟੂ ਪੋਜ਼ੀਟਿਵ ਵੱਲ ਨੂੰ ਚੇਂਜ ਹੁੰਦਾ, ਠੀਕ ਹੈ। ਜਨਰੇਸ਼ਨ ਹੋ ਗਈ, ਅਸੀਂ ਕੰਡਕਸ਼ਨ ਕਰ ਰਹੇ ਹਾਂ, ਔਰ ਕੰਡਕਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਨਰਵ ਫਾਈਬਰ ਦੀ ਦੁਬਾਰਾ ਤੋਂ ਰੀਪੋਲਰਾਈਜੇਸ਼ਨ ਕਿੱਦਾਂ ਹੁੰਦੀ ਹੈ। ਦੇਖੋ ਪਹਿਲਾਂ ਰੈਸਟਿੰਗ ਪੋਜੀਸ਼ਨ 'ਤੇ ਸੀ ਪੋਲਰਾਈਜੇਸ਼ਨ, ਫਿਰ ਸਟਿਮੂਲਸ ਆਇਆ, ਪੋਲੈਰਿਟੀ ਬਦਲੀ, ਡੀਪੋਲਰਾਈਜੇਸ਼ਨ, ਹੁਣ ਡੀ ਤੋਂ ਦੁਬਾਰਾ ਰੀ ਹੋਏਗਾ, ਡੀ ਤੋਂ ਦੁਬਾਰਾ ਰੀਪੋਲਰਾਈਜੇਸ਼ਨ ਕਿਵੇਂ ਹੋਏਗੀ ਅਸੀਂ ਡਿਸਕਸ ਕਰਦੇ ਹਾਂ। ਪਹਿਲਾਂ ਅਸੀਂ ਦੇਖ ਲਈਏ ਕੰਡਕਸ਼ਨ ਆਫ ਨਰਵ ਫਾਈਬਰ ਕਿਵੇਂ ਹੁੰਦੀ ਹੈ। ਸੋ ਕੰਡਕਸ਼ਨ ਆਫ ਨਰਵ ਫਾਈਬਰ ਕਿਵੇਂ ਹੁੰਦੀ ਹੈ ਆਪਾਂ ਹੁਣ ਇਹ ਡਿਸਕਸ ਕਰਦੇ ਹਾਂ। ਸਪੋਜ਼ ਇੱਥੇ ਮੈਂ ਦੋ ਜਗ੍ਹਾ ਬਣਾਈਆਂ, ਇੱਕ ਏ ਸਾਈਟਸ ਬਣਾਈਆਂ, ਇੱਕ ਏ ਸਾਈਟ ਹੈ ਜਿਹਨੂੰ ਮੈਂ ਪੈਨਸਿਲ ਨਾਲ ਥੋੜ੍ਹਾ ਜਿਹਾ ਡਾਰਕਨ ਕੀਤਾ, ਇਹ ਹੈਗੀ ਏ ਸਾਈਟ, ਅਤੇ ਉਸ ਤੋਂ ਤੁਰੰਤ ਬਾਅਦ ਹੈ ਸਾਡੇ ਕੋਲ ਬੀ ਸਾਈਟ। ਸੋ ਏ ਸਾਈਟ ਐਂਡ ਬੀ ਸਾਈਟ, ਜਿਹੜੀ ਸਾਈਟ ਏ ਹੈ ਉਹੀ ਜਿਹੜੀ ਮੈਂ ਤੁਹਾਨੂੰ ਹੁਣੇ ਗੱਲ ਦੱਸ ਰਹੀ ਸੀ, ਜਦੋਂ ਅਸੀਂ ਨਰਵ ਫਾਈਬਰ ਨੂੰ ਇੱਕ ਸਟਿਮੂਲਸ ਦਿੱਤਾ, ਆਹ ਦੇਖੋ ਸੋਡੀਅਮ ਚੈਨਲ ਖੁੱਲ੍ਹ ਗਏ, ਸੋਡੀਅਮ ਅੰਦਰ ਵੱਲ ਨੂੰ ਜਾਣ ਲੱਗ ਗਿਆ, ਹੁਣ ਅੰਦਰ ਪੋਜ਼ੀਟਿਵ ਅਤੇ ਬਾਹਰ ਕੀ ਹੋਣ ਲੱਗ ਗਿਆ ਨੈਗੇਟਿਵ। ਇਹਦਾ ਮਤਲਬ ਇਹ ਜਿਹੜਾ ਸਟੈਪ ਏ ਹੈ ਜਾਂ ਸਾਈਟ ਏ ਹੈ, ਏ ਵਾਲੀ ਜਿਹੜੀ ਜਗ੍ਹਾ ਹੈ, ਉੱਥੇ ਅਸੀਂ ਕੀ ਬੋਲਦੇ ਹਾਂ, ਕੀ ਹੋ ਗਈ ਹੈ, ਡੀਪੋਲਰਾਈਜੇਸ਼ਨ। ਕੀ ਹੋ ਗਈ ਹੈ, ਡੀਪੋਲਰਾਈਜੇਸ਼ਨ ਮੀਨਸ ਪੋਲੈਰਿਟੀ ਇਜ਼ ਰਿਵਰਸਡ। ਤਾਂ ਰਿਵਰਸ ਦਾ ਮਤਲਬ ਕੀ, ਰਿਵਰਸ ਕਿਵੇਂ ਹੋਈ ਹੈ, ਰਿਵਰਸ ਦਾ ਮਤਲਬ ਹੈ ਅੰਦਰ ਪੋਜ਼ੀਟਿਵ ਅਤੇ ਬਾਹਰ ਨੈਗੇਟਿਵ, ਠੀਕ ਹੈ ਜੀ। ਇੱਥੋਂ ਤੱਕ ਸਮਝ ਲੱਗ ਗਿਆ ਸਟਿਮੂਲਸ ਹੋਣ ਤੋਂ ਬਾਅਦ ਕੀ ਹੋਇਆ, ਓਕੇ। ਅਸੀਂ ਸਾਈਟ ਬੀ ਦੇਖਦੇ ਹਾਂ। ਹੁਣ ਸਾਈਟ ਬੀ 'ਤੇ ਕੀ ਹੈ, ਬਾਹਰ ਪੋਜ਼ੀਟਿਵ ਚਾਰਜ ਹੈ, ਅੰਦਰ ਨੈਗੇਟਿਵ ਹੈ, ਕਿਉਂਕਿ ਸਟਿਮੂਲਸ ਅਜੇ ਸਿਰਫ ਸਾਈਟ ਏ ਨੂੰ ਮਿਲਿਆ ਸੀ ਨਾ, ਜਿਹਦੇ ਕਰਕੇ ਪੋਲੈਰਿਟੀ ਉਲਟੀ ਹੋਈ ਸੀ, ਅੰਦਰ ਪੋਜ਼ੀਟਿਵ ਬਾਹਰ ਨੈਗੇਟਿਵ। ਹੁਣ ਤੁਹਾਨੂੰ ਪਤਾ ਹੀ ਹੈ ਸਟੂਡੈਂਟਸ ਕਿ ਜਿਹੜੀ ਬੀ ਸਾਈਟ ਹੈ ਉਹਦੇ ਬਾਹਰ ਪੋਜ਼ੀਟਿਵ ਹੈ, ਅੰਦਰ ਨੈਗੇਟਿਵ ਹੈ। ਹੁਣ ਇਹ ਵੀ ਸਾਨੂੰ ਪਤਾ ਹੈ ਕਿ ਜਿਹੜਾ ਕਰੰਟ ਹੈ ਉਹ ਪੋਜ਼ੀਟਿਵ ਟੂ ਨੈਗੇਟਿਵ ਵੱਲ ਨੂੰ ਫਲੋ ਕਰਦਾ ਹੈ। ਹੁਣ ਤੁਸੀਂ ਜੇ ਮੈਂਬਰੇਨ ਦੀ ਬਾਹਰਲਾ ਸਰਫੇਸ ਦੇਖੋ ਤਾਂ ਪੋਜ਼ੀਟਿਵ ਆ ਰਿਹਾ, ਨੈਗੇਟਿਵ ਆ ਰਿਹਾ, ਕਰੰਟ ਇੱਧਰ ਵੱਲ ਨੂੰ ਮੂਵ ਕਰੇਗਾ, ਪੋਜ਼ੀਟਿਵ ਟੂ ਨੈਗੇਟਿਵ। ਜੇ ਤੁਸੀਂ ਅੰਦਰ ਚੱਲੋ, ਇੱਧਰ ਨੈਗੇਟਿਵ ਹੈ, ਸੌਰੀ ਇੱਧਰ ਪੋਜ਼ੀਟਿਵ ਹੈ, ਇਹ ਦੇਖੋ ਇੱਥੇ ਪੋਜ਼ੀਟਿਵ ਹੈ, ਇੱਧਰ ਨੈਗੇਟਿਵ ਹੈ। ਸੋ ਤੁਸੀਂ ਦੇਖੋ ਅੰਦਰ ਅਤੇ ਬਾਹਰ ਜਿਹੜਾ ਕਰੰਟ ਦਾ ਫਲੋ ਹੈ ਉਹ ਆਪੋਜ਼ਿਟ ਡਾਇਰੈਕਸ਼ਨ 'ਚ ਚੱਲ ਰਿਹਾ। ਇਫ ਆਈ ਟਾਕ ਅਬਾਊਟ ਆਊਟਸਾਈਡ, ਤਾਂ ਕਰੰਟ ਫਲੋਜ਼ ਫਰੋਮ ਸਾਈਟ ਬੀ ਟੂ ਏ। ਇਫ ਆਈ ਟਾਕ ਅਬਾਊਟ ਇਨਰ ਮੈਂਬਰੇਨ, ਇਨਰ ਕੀ ਅੰਦਰ ਕੀ ਹੋ ਰਿਹਾ, ਕਰੰਟ ਫਲੋਜ਼ ਫਰੋਮ ਸਾਈਟ ਬੀ ਟੂ ਏ ਟੂ ਬੀ। ਪੋਜ਼ੀਟਿਵ ਟੂ ਨੈਗੇਟਿਵ ਹੋਣਾ ਤੁਸੀਂ ਦੇਖ ਕੇ ਜੱਜ ਕਰ ਸਕਦੇ ਹੋ ਕਿੱਧਰੋਂ ਕਿੱਧਰ ਜਾ ਰਿਹਾ। ਬਾਹਰ ਸਾਈਟ ਬੀ ਇਹ ਵੈ, ਬਾਹਰ ਸਾਈਟ ਬੀ ਟੂ ਏ, ਅੰਦਰ ਏ ਟੂ ਬੀ। ਸੋ ਕਰੰਟ ਓਪੋਜ਼ਿਟ ਡਾਇਰੈਕਸ਼ਨ 'ਚ ਫਲੋ ਕਰ ਰਿਹਾ ਸਰਕਿਟ ਕੰਪਲੀਟ ਕਰਨ ਲਈ। ਹੋ ਗਿਆ ਜੀ। ਹੁਣ ਅਸੀਂ ਕੀ ਦੇਖਦੇ ਹਾਂ, ਕਿਉਂਕਿ ਪੋਟੈਂਸ਼ੀਅਲ ਹੁਣ ਅਸੀਂ ਕੀ ਦੇਖਿਆ, ਪੋਟੈਂਸ਼ੀਅਲ ਪਹਿਲਾਂ ਇੱਥੇ ਅਸੀਂ ਜਦੋਂ ਦਿੱਤਾ ਸੀ ਸਟਿਮੂਲਸ, ਇੱਥੇ ਰਿਵਰਸ ਹੋਇਆ ਸੀ, ਫਿਰ ਹੌਲੀ ਹੌਲੀ ਉਹ ਚੀਜ਼ ਏ ਤੋਂ ਕਿੱਧਰ ਵੱਲ ਨੂੰ ਮੂਵ ਕਰ ਜਾਏਗੀ, ਬੀ ਵੱਲ ਨੂੰ। ਸੋ ਜਦੋਂ ਬੀ ਦੀ ਪੋਲੈਰਿਟੀ ਰਿਵਰਸ ਕਰ ਜਾਏਗੀ, ਹੁਣ ਉਹ ਐਕਸ਼ਨ ਪੋਟੈਂਸ਼ੀਅਲ ਕਿੱਥੇ ਜਨਰੇਟ ਹੋ ਗਿਆ, ਬੀ 'ਚ। ਇਹਦਾ ਮਤਲਬ ਪਹਿਲਾਂ ਐਕਸ਼ਨ ਪੋਟੈਂਸ਼ੀਅਲ ਏ 'ਚ ਸੀ, ਹੁਣ ਕਿੱਥੇ ਆ ਗਿਆ, ਬੀ 'ਚ। ਸੋ ਇੱਦਾਂ ਹੀ ਇਹੀ ਜਿਹੜਾ ਸਾਈਕਲ ਹੈ, ਜਿਹੜੀ ਦੇਖੋ ਪਹਿਲਾਂ ਨਰਵ ਇੰਪਲਸ ਇੱਥੇ ਜਨਰੇਟ ਹੋਈ ਸੀ, ਹੁਣ ਇੱਥੋਂ ਇੱਥੇ ਪਹੁੰਚ ਗਈ। ਇਹੀ ਸਾਈਕਲ ਬਾਰ-ਬਾਰ ਰਿਪੀਟ ਹੁੰਦਾ। ਸਮਝ ਲਓ ਇਹ ਸਾਈਟ ਸੀ ਹੈ, ਫਿਰ ਉਹੀ ਚੀਜ਼ ਹੋ ਜਾਣੀ ਹੈ। ਸਾਈਟ ਹੁਣ ਇੱਥੇ ਜਦੋਂ ਪੋਲੈਰਿਟੀ ਰਿਵਰਸ ਹੋਏਗੀ,
फिर वही गल वो जी इंपल्स है कितों कितने आ जाएगी B to C किवें वही करंट फ्लो करेगा फ्रॉम पॉजिटिव टू नैगेटिव सो ये चीज़ अगे वाल नूं कंडक्ट होंदी जाएगी ये सारा जिहड़ा साइकिल अपने आप नूं रिपीट करेगा तो इंपल्स अगे वाल नूं जाएगी। ठीक है जी। हुण देखो यह तो सानू समझ लग गया कि एक पॉइंट के जिथे असीं स्टिमुलस दिता सी उत्थे नर्व इंपल्स जनरेट हुई फिर हौली हौली अगे वाल नूं वधी। पहला पहला मैंबरेन पोलराइज पई सी फिर इत्थे की होगी डीपोलराइजेशन हुण दोबारा तो की होनी रीपोलराइजेशन। वो किवें हुंदी है देखो बेटा जिहड़ा असीं स्टिमुलस दिता सी सपोज मैं ए साइड ते स्टिमुलस दिता जिहदे करके सोडियम दे चैनल्स खुल गए तो सोडियम अंदर वाल नूं आ गया वो जिहड़ा स्टिमुलस का जिहड़ा असर है वो बहुत लंबे समय तक नहीं रहना जल्द ही सोडियम चैनल्स बंद हो जाएंगे। जिद्दां ही सोडियम चैनल बंद होणगे पोटेशियम के चैनल्स खुल जाएंगे। जदों पोटेशियम के चैनल्स ओपन हो गए पोटेशियम की करेगा अंदरों अंदर वध हुंदा ना पोटेशियम अंदरों बाहर वाल नूं मूव करेगा। पोटेशियम क्यों पोटेशियम अंदरों बाहर वाल नूं क्यों मूव करेगा इट विल मूव फ्रॉम इट्स हायर कंसनट्रेशन टू लोअर कंसनट्रेशन। जदों पोटेशियम अंदरों बाहर गया बाहर किहड़ा चार्ज आ गया वध पॉजिटिव अंदर किहड़ा हो जाएगा नैगेटिव। तो सब तो पहला जदों असीं रेस्टिंग नर्व फाइबर शुरू किया सी उहदे विच भी तां यही सी कि बाहर पॉजिटिव चार्ज हुंदा अंदर नैगेटिव। लेकिन इत्थे एक बहुत वड्डा डिफरेंस है। पहला जदों असीं साइकिल शुरू ही किया सी बाहर पॉजिटिव चार्ज सी अंदर नैगेटिव बाहर पॉजिटिव किहड़े आयन्स करके सी दिस इज़ बिकॉज ऑफ सोडियम आयन्स। हुण भी बाहर पॉजिटिव दोबारा तो वापस आ गया बट नाउ इट इज़ बिकॉज ऑफ पोटेशियम आयन नॉट सोडियम आयन। ठीक है जी। मैं फिर रिपीट कर दी पहला तो सोडियम आयन करके बाहर पॉजिटिव चार्ज से अंदर प्रोटीन्स करके नैगेटिव सी नैगेटिवली चार्ज प्रोटीन से शुरू च डिस्कस किया सी जदों तुहाडा नर्व फाइबर रेस्टिंग पोजीशन ते पिया। ठीक है। उस तो बाद हौली हौली सानू पता है जदों स्टिमुलस मिलिया सी सोडियम अंदर वाल नूं चले गए अंदर पॉजिटिव हो गया बाहर नैगेटिव हो गया। यह पढ़िए ना सी पोलैरिटी रिवर्स होंदी डीपोलराइजेशन। बट फिर तो जदों हौली हौली पोटेंशियल -70 टू -55 टू -35 टू 0 टू पॉजिटिव वाल गया +45 मिली वोल्ट पोटेंशियल ते आके सोडियम चैनल्स बिल्कुल बंद हो गए पोटेशियम चैनल्स ओपन हो गए। पोटेशियम विल मूव फ्रॉम इनसाइड टू आउटसाइड फ्रॉम हायर कंसनट्रेशन टू लोअर कंसनट्रेशन जिवें नॉर्मली होंदा है कंसनट्रेशन ग्रेडियंट वाल मूव करती चीज़ फ्रॉम हायर कंसनट्रेशन टू लोअर कंसनट्रेशन पोटेशियम मूव करता है। सो हुण फिर तो अगेन वही सिचुएशन आ गई बाहर पॉजिटिव अंदर नैगेटिव जो पहले स्टैप ते असीं पढ़ी सी। लेकिन नाउ बाहर जिहड़ा पॉजिटिव चार्ज है इट इज़ ड्यू टू पोटेशियम नॉट सोडियम। शुरू च जिहड़ा पॉजिटिव चार्ज बाहर से ड्यू टू सोडियम सी। सो जदों दोबारा तो वही कंडीशन वापस आती है बाहर पॉजिटिव अंदर नैगेटिव इनू असीं बोलते हैं रीपोलराइजेशन। की बोलते हैं रीपोलराइजेशन। पहला पोलराइजेशन सी फिर डीपोलराइजेशन हो गई फिर रीपोलराइजेशन हो गई। हुण फिर तो तुहाडा जदों रीपोलराइजेशन हो जाती है नाउ योर नर्व फाइबर अगेन बिकम रिस्पोंसिव टू फरदर स्टिमुलेशन भी नवा स्टिमुलस लैण लई हुण तुहाडा नर्व फाइबर रेडी है। ठीक है जी। सो दिस इज़ ऑल अबाउट जनरेशन एंड कंडक्शन ऑफ नर्व इंपल्स।